ਜ਼ਿੰਦਗੀ ਇੰਨੀ ਛੇਤੀ ਵੀ ਨਹੀਂ ਹਾਰਦੀ, ਬਸ ਤੂੰ ਛੱਡੀ ਨਾ ਪ੍ਰयास ਛੱਡ ਯਾਰ ਇੱਕੋ ਗੱਲ ਤੇ ਕਿ ਬਾਰ-ਬਾਰ ਹੋਣਾ ਏ ਉਦਾਸ। ਜਿਸ ਦਿਨ ਤੂੰ ਆਪਣੇ ਆਪ ਨੂੰ ਖਾਸ ਸਮਝਣ ਲੱਗ ਪਿਆ ਉਸ ਦਿਨ ਤੈਨੂੰ ਹਰ ਮੌਕਾ ਲੱਗਣਾ ਹੈ ਖਾਸ। P32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਦੋਸਤੋ, ਮੌਕਾ ਖਾਸ ਹੋਣ ਦੀ ਗੱਲ ਕੀਤੀ ਆ ਤਾਂ ਅਸੀਂ ਇਸ ਸਮੇਂ ਗੜਸ਼ੰਕਰ ਰੋਡ 'ਤੇ ਪਹੁੰਚੇ ਹੋਏ ਹਾਂ। ਇੰਡੋ ਕੈਨੇਡੀਅਨ ਤੋਂ ਅਗਲੀ ਗਲੀ ਹੈ ਜੀ, ਜਿੱਥੇ ਤੁਸੀਂ ਦੇਖਿਆ ਹੋਣਾ ਕਿ ਕਮਿਊਨਿਟੀ ਹਾਲ ਬਣਿਆ ਹੋਇਆ। MLA ਅੰਗਦ ਸਿੰਘ ਉਹਨਾਂ ਦੀ ਮਿਹਨਤ ਸਦਕਾ ਇਹ ਜਿਹੜੀ ਆ ਜਗ੍ਹਾ ਸੀ, ਸਾਂਝੀ ਜਗ੍ਹਾ ਸੀ, ਇਹਦੇ 'ਤੇ ਕਮਿਊਨਿਟੀ ਹਾਲ ਬਣਿਆ ਆ। ਹੁਣ ਇਸ ਨੂੰ ਹਰ ਮੌਕਿਆਂ ਨੂੰ ਖਾਸ ਬਣਾਉਣ ਲਈ ਆਮ ਪਬਲਿਕ ਆਪਣੇ ਓਕੇਜ਼ਨਸ ਨੂੰ ਖਾਸ ਬਣਾਉਣ ਲਈ ਜਿਹੜਾ ਇਹਦਾ ਯੂਟੀਲਾਈਜ਼ ਕਰ ਸਕਦੀ ਹੈ। MLA ਅੰਗਦ ਸਿੰਘ ਬਿਜ਼ੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਉਹਨਾਂ ਤੋਂ ਪੁੱਛਦੇ ਹਾਂ ਇਹ ਖਿਆਲ ਕਿਵੇਂ ਆਇਆ, ਇਹ ਮੌਕਾ ਕੀ ਸੀ ਇੱਥੇ ਪਹਿਲਾਂ, ਔਰ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਜਿਹੜੇ ਪਬਲਿਕ ਨੂੰ ਵੀ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਪਿੱਛੇ ਦਿਖਾ ਦਿਓ ਜਿਹੜੇ ਘਰ ਨੇ, ਔਰ ਆਪਾਂ ਇਸ ਪਾਸੇ ਵੀ ਇੱਕ ਵਾਰੀ ਨਿਗਾਹ ਮਾਰ ਲੈਂਦੇ ਜਿਹੜੇ ਸਾਡੇ ਵਿਊਅਰਸ ਨੇ ਕਿ ਨਗਰ ਕੌਂਸਲ ਨਵਾਂ ਸ਼ਹਿਰ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੀ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਯਤਨਾਂ ਸਦਕਾ ਵਾਰਡ ਨੰਬਰ 2 ਵਿਖੇ ਕਮਿਊਨਿਟੀ ਹਾਲ ਦਾ ਉਦਘਾਟਨ ਮਾਣਯੋਗ ਸ਼੍ਰੀ ਅੰਗਦ ਸਿੰਘ ਜੀ ਹਲਕਾ ਵਿਧਾਇਕ ਨਵਾਂ ਸ਼ਹਿਰ ਵੱਲੋਂ ਕੀਤਾ ਗਿਆ ਅੱਜ। ਸੋ ਇਹ ਵਾਰਡ ਹਾਲ ਹੈ ਜੀ। ਅਸੀਂ ਇਹ ਵੀ ਬੇਨਤੀ ਕਰਾਂਗੇ MLA ਅੰਗਦ ਸਿੰਘ ਹੁਣਾਂ ਨੂੰ ਕਿ ਇਸੇ ਤਰੀਕੇ ਤਕਰੀਬਨ ਹਰ ਵਾਰਡ 'ਚ ਇਹੋ ਜਿਹਾ ਕਮਿਊਨਿਟੀ ਹਾਲ ਹੋਵੇ ਤਾਂ ਕਿ ਜਿਹੜੇ ਲੋਕ ਗਰੀਬ ਗੁਰਬੇ ਨੇ, ਜਿਨ੍ਹਾਂ ਨੂੰ ਖਰਚਾ ਕਰਨ 'ਚ ਦਿੱਕਤ ਆਉਂਦੀ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਕਮਿਊਨਿਟੀ ਹਾਲ ਅਗਰ ਅਵੇਲੇਬਲ ਹੋਣ ਤਾਂ ਉਹਨਾਂ ਲਈ ਬੜੀ ਸੌਖ ਹੋ ਜਾਏਗੀ। ਕਿਉਂਕਿ ਇੱਕ ਟਰੈਂਡ ਹੀ ਬਣਦਾ ਜਾ ਰਿਹਾ ਕਿ ਅਸੀਂ ਬੜੇ ਪੈਲੇਸ 'ਚ ਵਿਆਹ ਕਰੀਏ ਜਾਂ ਪੈਲੇਸ ਅਵੇਲੇਬਲ ਵੀ ਨਹੀਂ ਹੁੰਦੇ, ਲੇਕਿਨ ਅਗਰ ਇਸ ਤਰ੍ਹਾਂ ਦੇ ਕਮਿਊਨਿਟੀ ਹਾਲ ਹੋਣ ਤਾਂ ਜਿਹੜੇ ਆਰਥਿਕ ਤੌਰ 'ਤੇ ਜਿਹੜੇ ਲੋਕ ਥੋੜ੍ਹੇ ਗਰੀਬ ਨੇ, ਆਰਥਿਕ ਤੌਰ 'ਤੇ ਜਿਹੜਾ ਬਹੁਤਾ ਖਰਚਾ ਨਹੀਂ ਕਰ ਸਕਦੇ, ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ ਤਾਂ ਇਸ ਸਮੇਂ ਸਾਰਿਆਂ ਲਈ ਹੈ, ਲੇਕਿਨ ਫਿਰ ਵੀ ਕੁਝ ਲੋਕ ਜਿਨ੍ਹਾਂ ਕੋਲ ਆਪਣੇ ਰਹਿ ਬਸਰ ਵੀ ਮੁਸ਼ਕਿਲ ਹੁੰਦਾ, ਲੇਕਿਨ ਧੀਆਂ ਪੁੱਤਰਾਂ ਦਾ ਵਿਆਹ ਕਰਨਾ ਵੀ ਬਹੁਤ ਜ਼ਰੂਰੀ ਹੈ, ਉਹਨਾਂ ਲਈ ਇੱਕ ਬਹੁਤ ਅੱਛੀ ਆਪਸ਼ਨ ਹੈ। 26 ਲੱਖ ਚਲੋ ਠੀਕ ਹੈ ਜੀ, ਸਾਨੂੰ ਪਤਾ ਲੱਗਿਆ ਜੀ ਕਿ 26 ਲੱਖ ਰੁਪਏ ਨਾਲ ਜਿਹੜਾ ਕਮਿਊਨਿਟੀ ਹਾਲ ਤਿਆਰ ਹੋਇਆ। ਆਪਾਂ ਗੱਲ ਕਰ ਲੈਣ, ਤੁਸੀਂ ਦੇਖ ਸਕਦੇ ਹੋ ਪਬਲਿਕ ਨਾਲ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਗੱਲਬਾਤ ਕਰ ਰਹੇ ਨੇ, ਸਾਰਿਆਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ ਨੇ ਔਰ ਜਿਹੜਾ ਉਹਨਾਂ ਨਾਲ ਵਿਊ ਪੁਆਇੰਟ ਲੈ ਰਹੇ ਨੇ। ਕੁਝ ਹੋਰ ਵੀ ਵਾਰਡ ਦੇ MC ਨੇ ਜਿਹੜੇ ਦੱਸ ਰਹੇ ਨੇ ਉਹਨਾਂ ਦੇ ਏਰੀਆ 'ਚ ਕੀ ਦਿੱਕਤਾਂ ਆ ਰਹੀਆਂ ਨੇ, ਉਹ ਵੀ ਸੁਣੀਆਂ ਜਾ ਰਹੀਆਂ ਨੇ ਔਰ ਆਪਾਂ ਇੱਕ ਵਾਰੀ MLA ਅੰਗਦ ਸਿੰਘ ਉਹਨਾਂ ਤੋਂ ਇਸ ਦਾ ਵੇਰਵਾ ਲੈ ਲਾਂਗੇ ਕਿ ਕਿਵੇਂ ਜਿਹੜਾ ਕਮਿਊਨਿਟੀ ਹਾਲ ਤਿਆਰ ਹੋਇਆ ਹੈ, ਕਦੋਂ ਸ਼ੁਰੂਆਤ ਹੋਈ ਸੀ। ਇਜ਼ ਬਿਜ਼ੀ ਰਾਈਟ ਨਾਓ ਔਰ ਜਿੱਦਾਂ ਹੀ ਉਹ ਫ੍ਰੀ ਹੁੰਦੇ ਨੇ ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਔਰ 26 ਲੱਖ ਦੀ ਲਾਗਤ ਨਾਲ ਕਹਿੰਦੇ ਜੀ ਕਮਿਊਨਿਟੀ ਹਾਲ ਬਣਿਆ ਹੈ। ਗੱਡੀ ਆਪਾਂ ਜਾਣ ਨਹੀਂ ਦੇਣੀ ਜੀ, ਇਹਨਾਂ ਨੂੰ ਕੋਲ ਰੋਕਣ, ਅਸੀਂ ਹਲੇ ਗੱਲ ਕਰਨੀ ਹੈ MLA ਸਾਹਿਬ ਨਾਲ, ਅਤੇ ਗੱਡੀ ਸਟਾਰਟ ਨਾ ਕਰੋ ਤੁਸੀਂ ਜੀ। ਜੀ ਵਿੱਕੀ ਸਿਓ ਕਹਿ ਰਹੇ ਜੀ ਗੁਸਤਾਖੀ ਮਾਮ ਮੈਂ ਲੇਟ ਹੋ ਗਿਆ, ਪਰ ਸਾਡੀ ਆਡੀਅנס ਵੀ ਵੇਟ ਕਰ ਰਹੀ ਹੈ, ਆਪਾਂ ਆਡੀਅנס ਨਾਲ ਵੀ ਗੱਲ ਕਰਾਉਣੀ ਹੈ ਜੀ। ਜੀ ਠੀਕ ਹੈ ਵਿੱਕੀ ਜੀ। ਅੱਜ ਸਤਿ ਸ਼੍ਰੀ ਅਕਾਲ ਸਰ, ਬਹੁਤ ਨਿੱਘਾ ਸਵਾਗਤ ਹੈ ਤੁਹਾਡਾ। ਮੈਨੂੰ ਪਤਾ ਤੁਸੀਂ ਵੀਜ਼ੀ ਹੋ, ਕਰਿਓਸਿਟੀ ਕੈਨ ਕਿਲ ਦਾ ਕੈਟ, ਪਰ ਫਿਰ ਵੀ ਆਪਾਂ ਸਵਾਲ ਪੁੱਛਣੇ ਆ। ਸਵਾਲ ਇਹੀ ਆ ਜੀ ਕਿ ਇਹਦੀ ਸ਼ੁਰੂਆਤ ਕਿਵੇਂ ਹੋਈ, ਮਨ ਵਿੱਚ ਉਪਜ ਕਿਵੇਂ ਆਈ, ਕਿਉਂਕਿ ਤੁਸੀਂ ਕਿੰਨੇ ਸਾਰੇ ਜਵਾਬ ਇੱਕ ਆਨਸਰ 'ਚ ਦੇ ਦਿੰਦੇ, ਮੈਂ ਤਾਂ ਹੀ ਕਿੰਨੇ ਸਵਾਲ ਪੁੱਛਣਾ ਚਾਹੁੰਦਾ ਜੀ। ਇੱਥੇ ਪਹਿਲਾਂ ਕੀ ਸੀ ਔਰ ਕਮਿਊਨਿਟੀ ਹਾਲ ਬਣਾਉਣ ਦਾ ਜਿਹੜਾ ਆਈਡੀਆ ਕਿਵੇਂ ਔਰ ਕਿੰਨੀ ਲਾਗਤ ਨਾਲ ਬਣਿਆ ਜੀ ਇਹ? ਦੇਖੋ, ਇਹ ਜਿਹੜੀ ਕਮਿਊਨਿਟੀ ਹਾਲ ਦੀ ਜਿਹੜੀ ਮੰਗ ਸੀ ਮਹੱਲੇ ਨਿਵਾਸੀਆਂ ਦੀ, ਗੜਸ਼ੰਕਰ ਰੋਡ ਦੇ ਲੋਕਾਂ ਦੀ ਬਹੁਤ ਦੇਰ ਦੀ ਮੰਗ ਸੀਗੀ ਔਰ ਸਾਡੀ ਕੋਸ਼ਿਸ਼ ਸੀਗੀ ਕਿ ਇਸ ਤੋਂ ਪਹਿਲਾਂ ਜਿਹੜੀ ਸਾਡੀ ਕਮੇਟੀ ਸੀਗੀ ਉਹਦੇ 'ਚ ਵੀ ਆਪਾਂ ਇਹਨੂੰ ਬਣਾ ਸਕੀਏ, ਪਰ ਕੁਝ ਕਾਰਨਾਂ ਕਰਕੇ ਉਹ ਨਹੀਂ ਹੋ ਸਕਿਆ। ਪਰ ਚਲੋ ਅੱਜ ਪਰਮਾਤਮਾ ਦੀ ਕਿਰਪਾ ਨਾਲ ਮਹੱਲੇ ਦੇ ਲੋਕਾਂ ਦੇ ਸਹਿਯੋਗ ਨਾਲ ਔਰ ਸਭ ਤੋਂ ਜ਼ਰੂਰੀ ਜਿਹੜੇ ਸਾਡੇ ਨਗਰ ਕੌਂਸਲ ਦੇ ਮੈਂਬਰ ਸਾਹਿਬਾਨ ਆ, ਪ੍ਰਧਾਨ ਜੀ ਨੇ, ਉਹਨਾਂ ਦੇ ਸਾਰਿਆਂ ਦੇ ਜ਼ੋਰ ਨਾਲ ਜਿਹੜਾ ਅੱਜ ਇਹ ਕਮਿਊਨਿਟੀ ਹਾਲ ਦਾ ਕੰਮ ਹੋਇਆ। ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮਹੱਲਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ, ਨਾਲ ਆਪਣੇ ਕਮੇਟੀ ਦੇ ਜਿਹੜੇ ਹੁਣ ਤਾਂ ਕਮੇਟੀ ਭੰਗ ਹੋ ਗਈ, ਪਰ ਜਿਹੜੀ ਸਾਡੀ ਕਮੇਟੀ ਸੀ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਇਹਨੂੰ ਧੱਕਾ ਲਾ ਕੇ ਇੱਕ ਕਮਿਊਨਿਟੀ ਹਾਲ ਬਣਾਇਆ। ਇਹਦੇ ਨਾਲ ਮੈਂ ਸਮਝਦਾ ਕਿਉਂਕਿ ਇਸ ਇਲਾਕੇ 'ਚ ਕਾਫੀ ਗਰੀਬ ਲੋਕ ਵੀ ਰਹਿੰਦੇ ਆ, ਉਹਨਾਂ ਨੂੰ ਇੱਕ ਬਹੁਤ ਬੜਾ ਵਾਧਾ ਮਿਲੂਗਾ। ਕੋਈ ਵੀ ਉਹਨਾਂ ਦੇ ਘਰ ਦਾ ਜਿਹੜਾ ਦੁੱਖ ਸੁੱਖ ਹੈ ਉਹ ਆਪਣਾ ਇਸ ਪ੍ਰੋਗਰਾਮ ਇੱਥੇ ਕਰ ਸਕੂਗੇ ਔਰ ਇਹਦੇ ਵਿੱਚ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਬੰਦੇ ਤੋਂ ਜ਼ੋਰ ਨਾਲ ਕੋਈ ਫੀਸ ਨਹੀਂ ਮੰਗੀ ਜਾਊਗੀ, ਕੋਈ ਉਹਨਾਂ ਤੋਂ ਕੋਈ ਇੱਦਾਂ ਦਾ ਕੋਈ ਇੱਦਾਂ ਪੈਸੇ ਨਹੀਂ ਮੰਗੇ ਜਾਓਗੇ, ਚਾਰजेस नहीं होगे। जे कोई
ਆਪਣੀ ਖੁਸ਼ੀ ਨਾਲ ਕੁਝ ਦੇਣਾ ਚਾਹੁੰਦਾ ਹੋਏ ਤਾਂ ਗੱਲ ਵੱਖਰੀ ਆ, ਨਹੀਂ ਤਾਂ ਆਪਾਂ ਕਿਸੇ ਤੋਂ ਪੈਸੇ ਨਹੀਂ ਲੈਣੇ। ਨਹੀਂ ਦੇਖੋ ਨਾ, ਚੱਕਰ ਇਹੀ ਹੈ ਕਿ ਉਹ ਕਹਿੰਦੇ ਭੁੱਖੇ ਜੱਟ ਨੂੰ ਕਟੋਰਾ ਲੱਭਿਆ ਪਾਣੀ ਪੀ ਆਫਰ ਹੈ। ਕਿਤੇ ਇਹ ਨਾ ਹੋਵੇ ਕਿ ਜਿਹੜੇ ਆਪਣੇ ਨੇੜਲੇ ਨੇ ਉਹਨਾਂ ਨੂੰ ਇੱਥੇ ਬੁਕਿੰਗ ਜਿਹੜੀ ਅਲਾਉਡ ਹੋਵੇ, ਬਾਕੀ ਨੂੰ ਸਮਝ ਨਾ ਮਿਲੇ। ਬਿਲਕੁਲ ਨਹੀਂ ਇਦਾਂ ਦੀ ਗੱਲ, ਬਿਲਕੁਲ ਇਹ ਖੁੱਲਾ। ਇਹ ਜਿਹੜੇ ਮਹੱਲੇ ਦੇ ਲੋਕ ਇੱਥੇ ਖੜੇ ਆ, ਇਹ ਇਹਨਾਂ ਨੂੰ ਸੌਂਪਤਾ। ਹੁਣ ਇਹਨਾਂ ਦਾ ਖਿਆਲ ਇਹਨੂੰ ਕਿੱਦਾਂ ਰੱਖਣਾ, ਇਹਨਾਂ ਨੇ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਆ। ਦੇਖੋ ਚੀਜ਼ ਬਣਾਉਣੀ ਸੌਖੀ ਹੁੰਦੀ ਆ, ਉਹਨੂੰ ਮੇਨਟੇਨ ਕਰਨਾ ਬਹੁਤ ਔਖਾ। ਇਹ ਤਾਂ ਹੁਣ ਮਹੱਲੇ ਦੇ ਲੋਕਾਂ ਨੂੰ ਆਪਾਂ ਉਹਨਾਂ ਦੀ ਝੋਲੀ ਚੀਜ਼ ਪਾ ਕੇ ਦੇ ਦਿੱਤੀ, ਜੇ ਹੁਣ ਉਹਨੂੰ ਨਹੀਂ ਸਾਂਭੂਗੇ ਤਾਂ ਇਹਦੇ 'ਚ ਨੁਕਸਾਨ ਫਿਰ ਮਹੱਲੇ ਦਾ, ਲੋਕਾਂ ਦਾ, ਸ਼ਹਿਰ ਦਾ ਨੁਕਸਾਨ ਆ। ਸੋ ਮੈਨੂੰ ਆਸ ਹੈ ਕਿ ਇਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦਾ ਖਿਆਲ ਰੱਖੋਗੇ। ਬਾਕੀ ਜਿਹੜੀ ਇਹਦੇ 'ਚ ਹੋਰ ਕੋਈ ਕਮੀ ਪੇਸ਼ੀ ਰਹਿੰਦੀ ਆਉਣ ਵਾਲੇ ਸਮੇਂ 'ਚ ਆਪਾਂ ਦੂਰ ਕਰਾਂਗੇ। ਤੇ ਸਰ ਜਦੋਂ ਇਕਨੋਮਿਕ ਬਹੁਤ ਸਲੱਗਿਸ਼ ਹੋ ਗਈ ਆ, ਬਲੋਕੇਜ ਵੀ ਹੋ ਰਹੀ ਹੈ ਇਕਨੋਮੀ ਸਾਡੀ, ਹੁਣ ਇਹਦੀ ਦੇਖ ਰੇਖ ਕਿਵੇਂ ਕਰੋਗੇ? ਕਿਉਂਕਿ ਤੁਸੀਂ ਆਪ ਹੀ ਜਿਹੜਾ ਪਹਿਲੇ ਹੀ ਆਨਸਰ ਦੇਤਾ ਕਿ ਬਣਾਉਣਾ ਬਹੁਤ ਸੌਖਾ ਲੇਕਿਨ ਸਾਂਭਣਾ ਬਹੁਤ ਔਖਾ। ਇਹਦੀ ਸਾਂਭ ਸੰਭਾਲ ਲਈ ਵੀ ਕੀ ਐਕਸ਼ਨ ਕੀਤਾ ਜਾ ਰਿਹਾ ਜੀ? ਇਹਦੀ ਸਾਂਭ ਸੰਭਾਲ ਵਾਸਤੇ, ਕਿਉਂਕਿ ਇਹ ਕਮੇਟੀ ਦੀ ਪ੍ਰਾਪਰਟੀ ਆ, ਸਰਕਾਰ ਦੀ ਪ੍ਰਾਪਰਟੀ ਆ, ਕਮੇਟੀ ਇਹਦਾ ਖਰਚਾ ਕਰੂਗੀ। ਜਿੱਥੇ ਕਮੇਟੀ ਹੋਰ ਇੰਨੇ ਖਰਚੇ ਕਰਦੀ, ਉੱਥੇ ਮਹੀਨੇ ਦਾ ਜੇ 5-7 ਹਜ਼ਾਰ ਰੁਪਏ ਦਾ, 10,000 ਦਾ ਇਸ 'ਤੇ ਕੋਈ ਖਰਚਾ ਕਰਨਾ ਪਏ, ਮੈਂ ਨਹੀਂ ਸਮਝਦਾ ਕਮੇਟੀ ਵਾਸਤੇ ਕੋਈ ਬਹੁਤ ਬੜੀ ਗੱਲ ਆ। ਬਾਕੀ ਸਾਡੇ ਇਲਾਕੇ ਤੇ ਮੈਂ ਸਮਝਦਾ ਵਰਦਾਨ ਹੈ, ਇੱਥੇ ਦਾਨੀ ਸੱਜਣ ਬਹੁਤ ਆ। ਆਪਾਂ ਰਲ ਮਿਲ ਕੇ ਵੀ ਆਪਣੇ ਵੱਲੋਂ ਤਾਂ ਅੱਜ ਕੱਲ੍ਹ ਤੁਸੀਂ ਵੀ ਕਰਨਾ ਸ਼ੁਰੂ ਕਰ ਦਿੱਤਾ ਕਾਫੀ। ਮੈਂ ਅੱਜ ਕੱਲ੍ਹ ਦਾ ਨਹੀਂ, ਮੈਂ ਬੜੀ ਦੇਰ ਦਾ ਕਰਦਾ। ਇਹ ਜੇ ਅੱਜ ਕੱਲ੍ਹ ਕਿਸੇ ਨੇ ਦੇਖਿਆ ਹੋਇਆ ਤਾਂ ਗੱਲ ਵੱਖਰੀ ਆ। ਚਲੋ ਇਹ ਜਿਹੜਾ ਦਾਨ ਹੁੰਦਾ, ਇਹ ਬੰਦੇ ਦੀ ਆਪਣੇ ਮਨ ਦੀ ਇੱਛਾ ਹੁੰਦੀ ਆ। ਕਰਨ ਵੇਲੇ ਵੀ ਨਹੀਂ ਦੱਸਣਾ ਚਾਹੀਦਾ ਕੀ ਕੀਤਾ ਕੀ ਨਹੀਂ ਕੀਤਾ। ਸੋ ਮੈਂ ਇਸ ਗੱਲ ਤੇ ਬਹੁਤਾ ਚਰਚਾ ਨਹੀਂ ਕਰੂੰਗਾ। ਜੋ ਮੇਰੀ ਕੌਨਸ਼ੀਅਸ ਅਲਾਉ ਕਰਦੀ ਹੈ ਮੈਂ ਕਰਦਾ ਰਹੂੰਗਾ, ਔਰ ਜੋ ਮੇਰੀ ਜੇਬ ਅਲਾਉ ਕਰਦੀ ਹੈ ਮੈਂ ਉਹ ਵੀ ਕਰੂੰਗਾ। ਪਰ ਮੇਰਾ ਤਾਂ ਸਿਰਫ ਇੰਨਾ ਹੈ ਕਿ ਜੋ ਚੀਜ਼ ਇੱਕ ਅੱਛੀ ਸ਼ਹਿਰ ਵਾਸਤੇ ਬਣ ਜਾਂਦੀ ਹੈ, ਉਹਦੀ ਅਪਕੀਪ ਹੋਵੇ, ਉਹਦੀ ਮੇਨਟੇਨੈਂਸ ਹੋਵੇ। ਭਾਵੇਂ ਸਰਕਾਰ ਕਰੇ, ਭਾਵੇਂ ਲੋਕੀ ਕਰਨ, ਰਲ ਮਿਲ ਕੇ ਕਰਨ। ਸਰ ਫਿਰ ਇਹ ਵਾਰਡ ਨੰਬਰ ਜਿਹੜੇ 2 ਦੇ ਆ, ਜਿਹੜੇ ਇੱਥੇ ਲੋਕ ਰਹਿੰਦੇ, ਪਬਲਿਕ ਉਹੀ ਯੂਜ਼ ਕਰ ਸਕਦੇ ਕਿ ਹੋਰ ਵਾਰਡ 'ਚ ਵੀ ਆ ਕੇ ਨਹੀਂ ਯੂਜ਼ ਕਰ ਸਕਦਾ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਆ। ਇਹ ਹੈ 2 ਨੰਬਰ ਦੇ ਜਿਹੜੇ ਇੱਥੇ ਸਾਰੇ ਲੋਕ ਜਿਹੜੇ ਰਹਿੰਦੇ ਆ ਆਂਢ ਗੁਆਂਢ 'ਚ, ਮੋਸਟਲੀ ਤਾਂ ਉਹੀ ਯੂਜ਼ ਕਰੂਗੇ। ਬਾਕੀ ਸ਼ਹਿਰ ਦੀ ਚੀਜ਼ ਆ, ਜਿਹੜਾ ਮਰਜ਼ੀ ਬੰਦਾ ਆ ਕੇ ਇਹਨੂੰ ਵਰਤ ਸਕਦਾ, ਇਹਦੇ 'ਚ ਕੋਈ ਰੋਕ ਨਹੀਂ ਹੈ। ਆਪਾਂ ਕਿਸੇ ਨੂੰ ਰੋਕਦੇ ਬਾਹਰਲੇ ਦੇ ਕੋਈ ਐਕਸਟਰਾ ਚਾਰजेस ਤਾਂ ਨਹੀਂ ਲੱਗੂਗੇ ਜੀ? ਨਹੀਂ, ਮੈਂ ਤੁਹਾਨੂੰ ਇਹ ਕਿਹਾ ਕਿ ਦੇਖੋ ਇਹਦਾ ਬਿਜਲੀ ਦਾ ਵੀ ਬਿੱਲ ਹੋਣਾ ਹੈ, ਇਹਦੀ ਮੇਨਟੇਨੈਂਸ ਵੀ ਹੋਣੀ ਹੈ, ਇਹਦੇ 'ਚ ਹੋਰ ਵੀ ਆਪਾਂ ਇਹਦੇ 'ਚ ਵਾਧੇ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਕੋਈ ਖੁਸ਼ੀ ਕੋਈ ਦੇਣਾ ਚਾਹੁੰਦਾ ਬਹੁਤ ਵਧੀਆ, ਨਹੀਂ ਦੇਣਾ ਚਾਹੁੰਦਾ ਤਾਂ ਕੋਈ ਗੱਲ ਨਹੀਂ, ਫਿਰ ਆਪਾਂ ਇਹਨੂੰ ਆਪਣੇ ਢੰਗ ਨਾਲ ਇਹਨੂੰ ਦੇਖਾਂਗੇ ਕਿੱਦਾਂ ਕਰਨਾ। ਅੱਛਾ ਸਰ, ਇੱਕ ਨਾ ਕੱਲ ਨਿਊਜ਼ ਆਈ ਸੀ ਕਿ ਪੰਡੋਰੇ ਮਹੱਲੇ ਵੀ ਜਿਹੜਾ ਆ ਨਗਰ ਕੌਂਸਲ ਦੇ ਜਿਹੜੇ EMPLOYEES ਗਏ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਸਾਡੀ ਜਿਹੜੀ ਜਗ੍ਹਾ ਸਾਂਝੀ ਆ ਉੱਥੇ ਵੀ ਕਮਿਊਨਿਟੀ ਹਾਲ ਬਣਾ ਦਿੱਤਾ ਜਾਵੇ, ਤੇ ਉਹ ਚਾਹੁੰਦੇ ਤੁਹਾਡਾ ਧਿਆਨ ਵੀ ਉਧਰ ਕੇਂਦਰਿਤ ਹੋਵੇ। ਨਗਰ ਕੌਂਸਲ ਦੇ EMPLOYEES ਨਹੀਂ ਗਏ ਸੀ, ਪੰਚਾਇਤ ਸਮਿਤੀ ਦੇ EMPLOYEES ਗਏ ਸੀਗੇ। ਉਹ ਜਿਹੜੀ ਜਗ੍ਹਾ ਉਹ ਪੰਚਾਇਤ ਸਮਿਤੀ ਦੀ, ਜੋ ਮੈਨੂੰ ਉਸ ਇਸ਼ੂ ਬਣਨ ਤੋਂ ਬਾਅਦ ਪਤਾ ਚੱਲਿਆ, ਪਹਿਲਾਂ ਤਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਉਹ ਕੀ ਮਸਲਾ ਔਰ ਕਿੱਦਾਂ ਹੋਇਆ, ਪਰ ਮੇਰੇ ਧਿਆਨ 'ਚੋਂ ਮਸਲਾ ਆਇਆ। ਬਲਕਿ ਅੱਜ ਮੈਂ ਮੌਕਾ ਵੀ ਰੱਖਿਆ, ਇਸ ਤੋਂ ਬਾਅਦ ਮੇਰੀ DC ਸਾਹਿਬ ਨਾਲ ਮੀਟਿੰਗ, ਔਰ ਉਸ ਤੋਂ ਬਾਅਦ ਮੈਂ ਪੰਡੋਰੇ ਮੱਲੇ ਆਪ ਜਾਊਂਗਾ, ਉੱਥੇ ਮੱਲੇ ਨਿਵਾਸੀਆਂ ਨਾਲ ਬੈਠ ਕੇ ਮੀਟਿੰਗ ਕਰ ਰਿਹਾ। ਜੋ ਮੱਲੇ ਨਿਵਾਸੀਆਂ ਦੀ ਮੰਗ ਹੋਊਗੀ ਉਹਨੂੰ ਆਪਾਂ ਸਿਰੇ ਚਾੜਾਂਗੇ। ਸਰ ਤੁਸੀਂ ਪੰਡੋਰੇ ਮੱਲੇ ਚੱਲੇ, ਥੋੜੀ ਅੱਗੇ ਇਬਰਾਹਿਮ ਬਸਤੀ ਵੀ ਜਾਈਏ, ਕਿਉਂਕਿ ਤੁਸੀਂ ਲਾਸਟ ਟਾਈਮ ਜਿਹੜੀ ਸਾਡੇ ਨਾਲ ਗੱਲ ਹੋਈ ਸੀ, ਤੁਸੀਂ ਕਿਹਾ ਸੀ, ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ ਇੱਕ ਬੰਦਾ ਹਰ ਜਗ੍ਹਾ ਅਵੇਲੇਬਲ ਨਹੀਂ ਹੋ ਸਕਦਾ। ਤੁਸੀਂ ਉਸ ਵੀਡੀਓ 'ਚ ਕਿਹਾ ਸੀ ਕਿ ਅਸੀਂ ਤਿੱਖੇ ਰਹਿਣਾ ਹੀ ਪਸੰਦ ਕਰਦੇ, ਸਾਨੂੰ ਤਿੱਖੇ ਰੱਖਿਆ ਕਰੋ। ਮੈਂ ਚਾਹੁੰਦਾ ਆਮ ਪਬਲਿਕ ਨੇ ਇੱਕ ਵਾਰੀ ਤੁਸੀਂ ਵੀ ਕਹਿ ਦਿਓ, ਤੁਹਾਡੇ ਤੱਕ ਪਹੁੰਚ ਕਰਦੇ ਰਹਿਣ, ਕਿਉਂਕਿ ਤੁਹਾਡੀ ਟੀਮ ਹੈ ਜਿਹੜੀ ਉਹ ਵੀ ਸਰਗਰਮ ਆ, ਮੀਡੀਆ ਵੀ ਸਰਗਰਮ ਆ, ਨਵੇਂ ਸ਼ਹਿਰ ਦੀ ਡਿਵੈਲਪਮੈਂਟ ਹੋ ਰਹੀ ਹੈ, ਇੱਦਾਂ ਹੋਣੀ ਚਾਹੀਦੀ ਆ। ਇੱਕ ਵਾਰੀ ਪਬਲਿਕ ਨੂੰ ਅਪੀਲ ਜ਼ਰੂਰ ਕਰ ਦਿਓ ਕਿ ਤੁਹਾਡੇ ਤੱਕ ਪਹੁੰਚ ਕਰ ਦਿਆ ਕਰਨ। ਬ੍ਰਦਰ ਇੱਦਾਂ ਜਿਹੜੀ ਇਬਰਾਹਿਮ ਬਸਤੀ ਦੀ ਗੱਲ ਆ, ਮੇਰੇ ਨਾਲ ਇੱਥੇ MC ਸਬਾਨ ਵੀ ਆਏ ਹੋਏ ਨੇ ਕਾਫੀ, ਆਪਣੇ ਡਾਕਟਰ ਸਾਹਿਬ ਇੱਥੇ ਨੇ, ਉੱਥੇ ਦੇ MC ਨੇ। ਕਈ ਵਾਰੀ ਡਾਕਟਰ ਸਾਹਿਬ ਨੇ ਮੇਰੇ ਨਾਲ ਹੁਕਮ ਕੀਤਾ, ਆਪਣੇ ਉੱਥੇ ਦੇ ਉਸ ਏਰੀਆ ਦੇ ਲੋਕਾਂ ਨੇ ਮੇਰੇ ਤੱਕ ਪਹੁੰਚ ਕੀਤੀ। ਮੈਂ ਆਪ ਉੱਥੇ ਮੌਕਾ ਵੀ ਰੱਖ ਕੇ ਆਇਆ, ਔਰ ਜਿੱਥੇ ਤੱਕ ਮੈਨੂੰ ਪਤਾ ਉੱਥੇ ਰਿਪੇਅਰ ਹੋਈ ਵੀ ਆ। ਜੇ ਫਿਰ ਵੀ ਕੋਈ ਘਰ ਇੱਦਾਂ ਦਾ ਕੋਈ ਰਹਿੰਦਾ ਹੋਊਗਾ, ਇਹ JE ਸਾਹਿਬ ਨੂੰ ਤੁਹਾਨੂੰ ਪਤਾ ਉੱਥੇ ਰਿਪੇਅਰ ਹੋਈ ਨਹੀਂ, ਉੱਥੇ ਇਬਰਾਹਿਮ ਬਸਤੀ ਪਾਈਪ ਪਏ ਆ ਜੀ, ਉੱਥੇ ਪਾਈਪਲਾਈਨ ਪਈ ਆ, ਰਿਪੇਅਰ ਹੋਈ ਹੈ। ਜੇ ਫਿਰ ਵੀ ਕਿਸੇ ਦਾ ਕੋਈ ਕੰਮ ਰਹਿੰਦਾ, ਕੋਈ ਬਲੋਕੇਜ ਹੈਗੀ ਆ, ਉਹ MC ਸਾਹਿਬ ਤੱਕ ਪਹੁੰਚ ਕਰਨ, ਮੇਰੇ ਤੱਕ ਪਹੁੰਚ ਕਰਨ, ਡਾਕਟਰ ਸਾਹਿਬ ਤੱਕ, ਆਪਾਂ ਜ਼ਰੂਰ ਉਹਨੂੰ ਦੂਰ ਕਰਾਵਾਂਗੇ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਬਹੁਤ ਸ਼ੁਕਰ ਸਾਹਿਬ। ਵੈਸੇ ਰਹਿੰਦਾ ਉੱਥੇ ਕੁਝ ਕਿੰਨਾ ਕੁ ਕੰਮ ਰਹਿੰਦਾ ਜੀ ਹੁਣ? ਤੇ ਉਹ ਜਿਹੜੇ ਬਲੋਕੇਜ ਵਾਲਾ ਇਸ਼ੂ ਤਾਂ ਹੋ ਗਿਆ ਸੀ, ਮੈਂ ਕਹਿੰਦਾ ਹਾਲ ਦੁਬਾਰਾ ਫੇਰ ਹੋਏ ਇੱਕ ਵਾਰੀ, ਫਿਰ ਉਹ ਕਰਾ ਲਓ ਯਾਰ। ਉਹਦਾ ਕਿਉਂ ਇਦਾਂ ਡਿਲੇ ਹੋ ਰਿਹਾ? ਆਪਣੇ JE ਸਾਹਿਬ ਦੱਸੋ। ਸਫਾਈ ਹੋਣੀ ਰਹਿੰਦੀ ਉਹਦੀ, ਜਵਾਬ ਦਿਓ, ਦੱਸੋ। ਹਾਂਜੀ ਸਰ, ਸਫਾਈ ਵਾਲੇ ਨੂੰ ਆਜੋ ਅੱਗੇ ਆਜੋ। ਚਲੋ ਦੇਖੋ, ਸਫਾਈ ਹੋਣੀ ਰਹਿੰਦੀ ਸਰ। ਚਲੋ ਜੋ ਵੀ ਹੈ ਮਸਲਾ, ਇਹਨੂੰ ਅੱਜ ਹੀ ਸੁਲਝਾਓ। ਡਾਕਟਰ ਸਾਹਿਬ ਤੁਸੀਂ ਇਹਨਾਂ ਨੂੰ ਨਾਲ ਮੌਕਾ ਉੱਥੇ ਕਿਉਂਕਿ ਤਿਉਹਾਰ ਦੇ ਦਿਨ ਹੈ ਜੀ, ਲੋਕ ਕਹਿ ਰਹੇ ਕਿ ਦਿੱਕਤ ਮੈਂ ਮੰਨਦਾ ਜੀ। ਤਾਂ ਦੇਖੋ ਸਫਾਈ ਹਰ ਇੱਕ ਬੰਦਾ ਪਸੰਦ ਕਰਦਾ, ਗੰਦ 'ਚ ਕੋਈ ਰਹਿਣਾ ਪਸੰਦ ਨਹੀਂ ਕਰਦਾ। ਸੋ ਜਿਹੜੀ ਗੱਲ ਹੈਗੀ ਆ, ਹਰ ਇੱਕ ਬੰਦੇ ਨੂੰ ਆਪਣੀ ਡਿਊਟੀ ਸਮਝ ਕੇ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਆ। JE ਸਾਹਿਬ ਕਮੇਟੀ ਦੇ ਅਫਸਰ ਆ, ਆਪਾਂ ਜ਼ਿੰਮੇਵਾਰ ਬੰਦੇ ਚੁਣੇ ਨੁਮਾਇੰਦੇ ਆ। ਤਾਂ JE ਸਾਹਿਬ ਜੋ ਕੰਮ ਤੁਹਾਡਾ ਕਰਨ ਵਾਲਾ ਤੁਸੀਂ ਕਰੋ, ਜਿਹੜਾ ਸਾਡਾ ਕਰਨ ਵਾਲਾ ਆਪਾਂ ਕਰ ਰਹੇ ਆ। ਤੁਸੀਂ ਇਹਦਾ ਐਸਟੀਮੇਟ ਤਿਆਰ ਕਰਾ ਕੇ ਜੋ ਵੀ ਇਹਨੂੰ ਕੰਪਲੀਟ ਕਰਾਓ ਕੰਮ ਨੂੰ।
ਠੀਕ ਹੈ, ਪਹਿਲਾਂ ਵੀ ਤੁਸੀਂ ਕਰਾਇਆ, ਨਹੀਂ ਤਾਂ ਇਹ ਹੋਣਾ ਜਿਹੜਾ ਪੁਰਾਣਾ ਕੰਮ ਕਰਾਇਆ ਉਹ ਕਿਸੇ ਗਿਣਤੀ 'ਚ ਨਹੀਂ ਆਉਣਾ, ਜਿਹੜਾ ਥੋੜਾ ਜਿਹਾ ਰਹਿ ਜਾਣਾ ਉਹ ਗਿਣਤੀ 'ਚ ਆ ਜਾਣਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਸਰ, ਤੁਸੀਂ ਇੰਨਾ ਸਮਾਂ ਦਿੱਤਾ। ਔਰ ਇੱਥੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਪ੍ਰੋਫੈਸ਼ਨਲ ਅਚੀਵਮੈਂਟਸ ਐਮਐਲਏ ਸਾਹਿਬ ਅਸੀਂ ਵੀ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦੇ ਆ ਜੀ। ਐਮਐਲਏ ਸਾਹਿਬ ਪ੍ਰੋਫੈਸ਼ਨਲ ਅਚੀਵਮੈਂਟਸ ਤਾਂ ਟੈਂਪਰੇਰੀ ਆ, ਪਰ ਜਿਹੜਾ ਇਹਦਾ ਪਬਲਿਕਲੀ ਅਚੀਵਮੈਂਟ ਕਰ ਰਹੇ ਹੋ ਉਹ ਇਮੋਰਟਲ ਹੈ। ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ। ਇੱਦਾਂ ਹੀ ਕੰਮ ਕਰਦੇ ਰਹੋ ਜੀ, ਔਰ ਸਾਡੇ ਨਵੇਂ ਸ਼ਹਿਰ ਦੀ ਡਿਵੈਲਪਮੈਂਟ ਕਰਾਉਂਦੇ ਰਹੋ। ਸੋ ਦੋਸਤੋ, ਤੁਸੀਂ ਦੇਖਿਆ ਕਿ ਕਮਿਊਨਿਟੀ ਹਾਲ ਬਣ ਗਿਆ, ਔਰ ਸਾਨੂੰ ਗੱਲ ਸੁਣਨ 'ਚ ਇੰਨੀ ਸਮਝ ਲੱਗੀ ਹੈ ਕਿ ਅਗਰ ਤੁਸੀਂ ਨੁਮਾਇੰਦੇ ਤੱਕ ਆਪਣੀ ਅਪਰੋਚ ਕਰਾਉਂਦੇ ਹੋ ਕਿ ਜੇਈ ਸਾਹਿਬ ਵੀ ਇੱਥੇ ਮੌਜੂਦ ਨੇ, ਇਹਨਾਂ ਨੇ ਵੀ ਜਿਹੜਾ ਵਿਸ਼ਵਾਸ ਦਿਵਾਤਾ ਆ, ਇੱਕ ਤਰ੍ਹਾਂ ਦੀ ਫਟਕਾਰ ਹੀ ਲੱਗੀ ਐਮਐਲਏ ਸਾਹਿਬ ਵੱਲੋਂ ਕਿ ਕੰਮ ਹੁੰਦਾ ਕਿਉਂ ਨਹੀਂ। ਔਰ ਇਹ ਵੀ ਆ ਕਿ 100 ਕੰਮ 'ਚ ਅਗਰ 90 ਕੰਮ ਹੋ ਜਾਣ ਤਾਂ ਲੋਕਾਂ ਦੀ ਮਾਨਸਿਕਤਾ ਉਹਨੂੰ ਨਹੀਂ ਪੋਜ਼ਿਟਿਵ ਵੇ ਨਾਲ ਲੈਂਦੀ। ਅਗਰ 10 ਕੰਮ ਰਹਿ ਜਾਣ ਤਾਂ ਉਹਨਾਂ ਨੂੰ ਉਹ ਹੁੰਦਾ ਕਿ ਪੂਰਾ ਕਿਉਂ ਨਹੀਂ ਆਇਆ। ਤਾਂ ਇਸ ਲਈ ਤੁਸੀਂ ਆਪਣੀ ਜਿਹੜੀ ਅਪਰੋਚ ਆ ਉਹ ਤੁਸੀਂ ਆਪ ਪਹੁੰਚਾਉਣੀ ਆ, ਪ੍ਰਸ਼ਾਸਨ ਤੱਕ ਨਹੀਂ ਪਹੁੰਚਦੀ ਤੁਹਾਡੇ ਵੱਲੋਂ ਤਾਂ ਸਾਡੇ ਤੱਕ ਤੁਸੀਂ ਜ਼ਰੂਰ ਅਪਰੋਚ ਕਰਿਆ ਕਰੋ। ਅਸੀਂ ਤੁਹਾਡੀ ਜਿਹੜੀ ਆਵਾਜ਼ ਹੈ ਆਪਣੇ ਚੈਨਲ ਥਰੂ ਰੱਖਦੇ ਰਿਹਾ ਕਰਾਂਗੇ। ਲੇਕਿਨ ਅਗਰ ਇਸੇ ਤਰ੍ਹਾਂ ਡਿਵੈਲਪਮੈਂਟ ਹੁੰਦੀ ਰਹੇ ਤਾਂ ਸਾਡਾ ਸ਼ਹਿਰ ਆ ਉਹ ਐਕਚੁਅਲ ਵਿੱਚ ਨੰਬਰ 1 ਹੋਵੇਗਾ, ਜਿਵੇਂ ਪਹਿਲਾਂ ਕਾਗਜ਼ਾਂ 'ਚ ਨਹੀਂ। ਸੋ ਹਾਲ ਦੀ ਘੜੀ ਆਪਣੇ ਛੋਟੇ ਵੀਰ ਦਿਨੇਸ਼ ਸੂਰੀ ਤੇ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।